हर मन वस्त नानक होत निहाल। कहाँ बुद्ध प्रभ तुच्छ हमारी, बरन सके महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सन्मानयोग गुरु प्यारी साध संगत जी, गुरु साहिब जी ने किरपा की है। दरबार दियां हाजरियां भरन दा कीमती समा सानू मालक ने बख्शिया है, जो कि एक सोहने उद्यम ते चंगे भागां दी निशानी है। आओ गुरबाणी दी विचार नूं आरंभ करिए। प्रथम प्यार अदब दे नाल आखो जी, वाहिगुरु जी का खालसा, वाहिगुरु जी की फतेह। अज दा पावन हुक्मनामा गुरु साहिब जी, गुरु अर्जन देव जी उन्हां दी रसना तो गायन किया होया है, जो कि जैत सरी राग दे विच 705 अंग तो आरंभ हो के 706 अंग ते समाप्त हो जाता है। गुरु महाराज अपनी बाणी दे विच सानू ये गल जणाउंदे हन कि हे इंसान, तू इस गल नू स्वीकार कर कि तू सदा वास्ते इत्थे नहीं रहना। भाव कि तेरा टिकाणा, तेरे पक्के डेरे इत्थे सदा वास्ते नहीं, क्योंकि संसार दे विच इहो जिहा नियम आ, पक्का रहन दा इत्थे किसे दा भी टिकाणा नहीं। समय दे हिसाब दे नाल चीज़ बनदी आ, उगदी आ, उस तो बाद फलीभूत हुंदी आ ते मिट जांदी आ। सूरज भी जदों उगदा है सवेर वेले ते शामी वो डुब जाता है। जिवें एक शायर कहंदा है कि सूरज लहू लुहान होकर धरती पर गिर पड़ा, रात हो गई दिन का गुरूर टूट गया। सूरज भी इत्थे जे उगदा है तो भी छुपदा शाम नूं, उदय हुंदा ते अस्त हुंदा, चढ़दा ते छपदा। तमाम गल की जेती समग्री देखो रे नर, तेती ही छड़ जानी। जिन्नियां भी चीज़ां असीं अपनियां अखां दे नाल देखदे हां, वो पहिलां वादियां ने समय दे विच ही बन के घटदियां ने ते समा ही उन्हां नूं खा जांदा। कुछ इहो जिहा समा सी जदों आपां नहीं सां, कुछ इहो जी तरीक, इहो जिहा सन सी, इहो जिहा दिन सी जदों साडा जन्म नहीं सी होया। फिर एक तरीक आई, एक दिन आया, परमात्मा ने ऐसी विधि बनाई, विचों गर्भ है निकल आया, खसम विसार दुनी चित लाया। असीं इत्थे धरती दे उपर आए, मात लोक ते आए। एक दिन ऐसा भी होवेगा जदों हुण फिर वो तरीक होनी आ जिस दिन असीं नहीं होवांगे।
ਇੱਕ ਇਹੋ ਜਿਹਾ ਸਮਾਂ ਆਵੇਗਾ, ਇਹੋ ਜਿਹੀ ਕੋਈ ਰੁੱਤ ਹੋਵੇਗੀ, ਇਹੋ ਜਿਹਾ ਕੋਈ ਦਿਨ ਹੋਵੇਗਾ, ਫਿਰ ਨਹੀਂ ਅਸੀਂ ਹੋਵਾਂਗੇ। ਇਸ ਕਰਕੇ ਪਹਿਲਾਂ ਅਸੀਂ ਨਹੀਂ ਸੀ, ਇੱਕ ਸਮਾਂ ਬਣਿਆ, ਅਸੀਂ ਆਏ ਧਰਤੀ ਤੇ, ਫਿਰ ਇੱਕ ਸਮਾਂ ਆਉਂਦਾ, ਫਿਰ ਚਲੇ ਜਾਂਦੇ ਹਾਂ। ਇਹਨੂੰ ਹੀ ਆਖਿਆ ਜਾਂਦਾ, ਜੋ ਚੀਜ਼ ਸਦਾ ਵਾਸਤੇ ਨਹੀਂ ਉਹ ਸੱਚ ਨਹੀਂ ਹੋ ਸਕਦੀ। ਜੋ ਸਦੀਵੀ ਆ ਉਹੀ ਸੱਚ ਆ, ਜੋ ਕਦੇ ਕਦੇ ਆ, ਕਦੇ ਕਦੇ ਆ, ਕੱਲ ਨਹੀਂ ਸੀ ਅੱਜ ਹੈ, ਆਉਣ ਵਾਲੇ ਕੱਲ 'ਚ ਨਹੀਂ ਹੋਵੇਗਾ, ਝੂਠ ਹੁੰਦਾ। ਇਹ ਬਾਣੀ ਅਸਲ 'ਚ ਸਾਨੂੰ ਸਮਝਾਉਂਦੀ ਹੈ। ਅਸੀਂ ਜੇ ਦੇਖੀਏ ਕੋਈ ਇਹੋ ਜਿਹੀ ਤਰੀਕ ਸੀ, ਸਨ ਸੀ ਸਾਡੇ ਜਨਮ ਤੋਂ ਪਹਿਲਾਂ ਵਾਲਾ, ਉਦੋਂ ਅਸੀਂ ਨਹੀਂ ਸੀ, ਅੱਜ ਅਸੀਂ ਹਾਂ। ਇੱਕ ਐਸਾ ਸਮਾਂ ਆਉਣਾ ਜਿਸ ਦਿਨ ਅਸੀਂ ਨਹੀਂ ਹੋਵਾਂਗੇ। ਜ਼ਿੰਦਗੀ ਇੱਕ ਕੋਰਸ ਆ, ਸਿਲੇਬਸ ਇਹਦਾ ਬਹੁਤ ਲੰਮਾ, ਇਹਦੇ ਵਿੱਚ ਕਈ ਕੰਮ ਇਲੈਕਟਿਵ ਨੇ, ਕਈ ਕੰਮ ਆਪਸ਼ਨ ਵਾਲੇ ਨੇ। ਨਤੀਜਾ ਬੁਢੇਪੇ 'ਚ ਜਾ ਕੇ ਨਿਕਲਦਾ, ਤੇ ਜਿਹੜੀ ਡਿਗਰੀ ਆ ਮੌਤ ਦੇ ਮਗਰੋਂ ਅੰਤਮ ਅਰਦਾਸ ਸਮੇਂ ਮਿਲਦੀ ਆ। ਇੱਕ ਵਿਦਵਾਨ ਨੇ ਲਿਖਿਆ ਹੈ, ਜ਼ਿੰਦਗੀ ਇੱਕ ਕੋਰਸ ਹੈ, ਸਿਲੇਬਸ ਇਹਦਾ ਬੜਾ ਲੰਮਾ। ਕਈ ਕੰਮ ਆਪਸ਼ਨ ਵਾਲੇ ਨੇ, ਆਪਾਂ ਚੁਣ ਸਕਦੇ ਹਾਂ ਕਰਨਾ ਨਹੀਂ ਕਰਨਾ। ਕਈ ਕੰਮ ਇਲੈਕਟਿਵ ਨੇ, ਕਰਨੇ ਹੀ ਪੈਣੇ ਆ। ਰੋਟੀ ਖਾਣੀ, ਸੌਣਾ, ਸਾਹ ਲੈਣਾ, ਤੇ ਪਰਿਵਾਰ ਦੇ ਕੰਮ ਕਰਨੇ, ਕਬੀਲਦਾਰੀ ਵਾਲੇ, ਇਹ ਜ਼ਰੂਰੀ ਨੇ, ਕਰਨੇ ਹੀ ਪੈਣੇ ਨੇ। ਹੱਸ ਕੇ ਕਰ ਸਕਦਾ ਬੰਦਾ ਤੇ ਰੋ ਕੇ ਕਰ ਸਕਦਾ। ਰੋਟੀ ਖਾਣੀ ਹੀ ਪੈਣੀ ਆ, ਇਵੇਂ ਫਿਰ ਸੌਣਾ ਤੇ ਸੌਣਾ ਹੀ ਆ। ਕਈ ਕੰਮ ਇਲੈਕਟਿਵ ਨੇ, ਕਈ ਕੰਮ ਆਪਸ਼ਨਲ ਨੇ, ਚੋਣਵੇਂ ਨੇ, ਚੁਣ ਸਕਦੇ ਹਾਂ ਕਰੀਏ ਕਿ ਨਾ ਕਰੀਏ। ਕਿਸੇ ਦਾ ਭਲਾ ਕਰ ਸਕਦੇ ਹਾਂ, ਇਹ ਵੀ ਬੰਦਾ ਚੁਣਦਾ। ਕਿਸੇ ਦਾ ਬੁਰਾ ਕਰਨਾ, ਇਹ ਵੀ ਬੰਦਾ ਚੁਣਦਾ। ਨਤੀਜਾ ਬੁਢੇਪੇ 'ਚ ਨਿਕਲਦਾ, ਭਾਵ ਕਿ ਇਹ ਬੰਦੇ ਨੇ ਕੀ ਖੱਟਿਆ ਤੇ ਕਿਹਾਂ ਗਵਾਇਆ। ਬੁਢੇਪੇ ਵਿੱਚ ਜਾ ਕੇ ਨਿਕਲਦਾ ਵੀ ਇਹ ਬੰਦੇ ਨੇ ਕੀਤਾ ਕੀ ਆ। ਉਹ ਵੀ ਜੇ ਬੁਢੇਪਾ ਆਵੇ ਬੰਦੇ ਦੇ। ਫਿਰ ਡਿਗਰੀ ਬੰਦੇ ਨੂੰ ਮੌਤ ਤੋਂ ਬਾਅਦ ਅੰਤਮ ਅਰਦਾਸ ਸਮੇਂ ਦਿੱਤੀ ਜਾਂਦੀ ਆ, ਜਿਹਨੂੰ ਸ਼ਰਧਾਂਜਲੀ ਕਹਿੰਦੇ ਨੇ। ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ ਹੈ। ਜੈਤ ਸਰੀ ਮਹੱਲਾ ਪੰਜਵਾ। ਜੈਤ ਸਰੀ ਇੱਕ ਰਾਗ ਦਾ ਨਾਮ, ਮਹੱਲਾ ਪੰਜਵਾਂ ਤੋਂ ਪੰਚਮ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਦੀ ਵਾਰ ਸ਼ਲੋਕਾਂ ਨਾਲ। ਇਹ ਜਿਹੜੀ ਵਾਰ ਹੈ ਉਹ ਸ਼ਲੋਕਾਂ ਦੇ ਨਾਲ ਆ, ਪੌੜੀਆਂ ਦੇ ਨਾਲ ਰਚੀ ਹੋਈ ਆ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਆ, ਜੀਆਂ ਨੂੰ ਬਣਾਉਣ ਵਾਲਾ, ਉਹਨਾਂ ਨੂੰ ਪਾਲਣ ਵਾਲਾ ਤੇ ਉਹਨਾਂ ਨੂੰ ਢਾਉਣ ਵਾਲਾ। ਓੰਕਾਰ ਉਹਦਾ ਬੋਲ ਆ, ਸਤਿਗੁਰ ਪ੍ਰਸਾਦ। ਜੇ ਕੋਈ ਰੱਬ ਜੈਸਾ ਸੁਭਾਅ ਬਣਾਉਣਾ ਚਾਹੁੰਦਾ ਹੈ ਤਾਂ ਗੁਰੂ ਦੀ ਕਿਰਪਾ ਦੁਆਰਾ ਬਣਾ ਸਕਦਾ। ਜੇ ਕੋਈ ਇਹ ਗੱਲ ਚਾਹੁੰਦਾ ਹੈ ਕਿ ਮੇਰਾ ਸੁਭਾਅ ਚੰਗਾ ਹੋਵੇ, ਮੇਰੇ ਕੋਲ ਸਬਰ ਹੋਵੇ, ਮੇਰੇ ਕੋਲ ਸ਼ਾਂਤੀ ਹੋਵੇ, ਸਕੂਨ ਹੋਵੇ, ਮੈਂ ਅੰਦਰੋਂ ਸੋਹਣਾ ਬਣਾ, ਤਾਂ ਗੁਰੂ ਦੁਆਰਾ ਹੀ ਬਣਿਆ ਜਾ ਸਕਦਾ। ਸ਼ਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪਰਮਾਤਮਾ ਹੀ ਆ ਜਿਹੜਾ ਆਦਿ ਦੇ ਵਿੱਚ ਪੂਰਾ ਸੀ, ਜਦੋਂ ਅਸੀਂ ਨਹੀਂ ਸੀ ਉਦੋਂ ਵੀ ਸੀ, ਭਾਵ ਕਿ ਅੱਜ ਵੀ ਹੈਗਾ ਜਦੋਂ ਅਸੀਂ ਹੈਗੇ ਹਾਂ, ਤੇ ਅੰਤ ਪੂਰਨ ਪਰਮੇਸ਼ਰ ਹੈ। ਜਿਸ ਦਿਨ ਅਸੀਂ ਨਹੀਂ ਹੋਵਾਂਗੇ ਉਸ ਦਿਨ ਵੀ ਰੱਬ ਹੋਵੇਗਾ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ ਹੈ। ਐਸੇ ਮਾਲਕ ਦੇ ਨਾਮ ਨੂੰ ਯਾਦ ਕਰਨ ਦੇ ਨਾਲ ਬੰਦੇ ਦੇ ਅੰਦਰੋਂ ਜਿਹੜੇ ਪਾਪ ਹੁੰਦੇ ਨੇ, ਵਿਕਾਰ ਹੁੰਦੇ ਨੇ, ਮਾੜੀਆਂ ਆਦਤਾਂ ਹੁੰਦੀਆਂ ਨੇ, ਉਹ ਦੂਰ ਹੁੰਦੀਆਂ ਨੇ। ਪੇਖਣ ਸੁਣਨ ਸੁਣਾਵਣੋ, ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰਦੰਗ ਰਾਜ। ਐਸੇ ਮਾਲਕ ਦੇ ਨਾਮ ਨੂੰ ਸੁਣ ਕੇ, ਸੁਣਾ ਕੇ ਮਨ ਦੇ ਵਿੱਚ ਸੱਚ ਦ੍ਰਿੜ ਹੁੰਦਾ, ਪੱਕਦਾ ਹੈ। ਉਹ ਪੂਰੀ ਜਿਹੜਾ ਬਸੰਤਾ, ਉਹਦੇ ਰੰਗ ਵਿੱਚ ਰੰਗੇ ਜਾਣਾ ਇੱਕ ਵੱਡੀ ਕਿਰਪਾ ਹੁੰਦੀ ਆ।
ਦਰਅਸਲ ਜਿਹੜੀ ਗੁਰਬਾਣੀ ਆ ਨਾ, ਉਹ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਆ। ਇਨਸਾਨ ਨੂੰ ਜਿਹੜੀ ਜ਼ਿੰਦਗੀ ਆ, ਇੰਨੀ ਮਤਲਬ ਕਿ ਉਹ ਇੰਨਾ ਸਟ੍ਰੈਸ ਦੇ ਵਿੱਚ ਆ, ਇੰਨਾ ਦੁਖੀ ਆ, ਉਹ ਜਿਉਣਾ ਭੁੱਲ ਚੁੱਕਾ ਹੈ। ਗੁਰੂ ਮਹਾਰਾਜ ਦੀ ਬਾਣੀ ਬੰਦੇ ਨੂੰ ਜ਼ਿੰਦਗੀ ਬਖਸ਼ਦੀ ਆ। ਕਹਿੰਦੇ ਬੰਦੇ ਵਿੱਚ ਇੰਨਾ ਲਾਲਚ ਆ, ਇੰਨਾ ਜ਼ਿਆਦਾ ਲਾਲਚ ਆ ਬੰਦੇ 'ਚ। ਪਹਿਲੀ ਗੱਲ ਤਾਂ ਇਹ ਹੈ, ਬੰਦਾ ਇਉਂ ਸੋਚਦਾ ਮੈਂ ਇੰਨਾ ਪੈਸਾ ਜੋੜਾਂ, ਇੰਨਾ ਪੈਸਾ ਜੋੜਾਂ, ਮੇਰੀਆਂ 7-8 ਪੀੜ੍ਹੀਆਂ ਬਹਿ ਕੇ ਖਾ ਲੈਣ। ਇੰਨਾ ਬੰਦਾ ਲਾਲਚੀ ਆ। ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਜੇ ਬੰਦੇ ਨੇ ਇੰਨਾ ਲਾਲਚ ਆ ਹਰ ਬੰਦੇ ਦੇ ਅੰਦਰ, ਤਕਰੀਬਨ ਜੇ ਰਾਤ ਨਾ ਬਣਾਈ ਹੁੰਦੀ ਪਰਮਾਤਮਾ ਨੇ, ਰਾਤ ਨਾ ਹੁੰਦੀ, ਇਹਨੇ ਕੰਮ ਕਰਦੇ ਨਹੀਂ ਮਰ ਜਾਣਾ ਸੀ। ਸਬਰ, ਸੰਤੋਖ ਤੇ ਸਿਦਕ, ਇਹ ਚੀਜ਼ਾਂ ਗੁਰੂ ਦੀ ਸੰਗਤ ਚੋਂ ਮਿਲਦੀਆਂ ਨੇ। ਤੇ ਕਿਸੇ ਬੰਦੇ ਬਾਰੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਉਹ ਬੰਦਾ ਕਿਹੋ ਜਿਹਾ, ਉਹ ਬੰਦੇ ਨੂੰ ਜਾਣਨ ਦੀ ਲੋੜ ਨਹੀਂ। ਇਹ ਦੇਖੋ ਰਹਿੰਦਾ ਕਿਹਦੇ ਨਾਲ ਆ, ਉਹ ਬਹਿੰਦਾ ਕਿਹਨਾਂ ਦੇ ਨਾਲ ਆ, ਉੱਠਦਾ ਕਿਹਨਾਂ ਦੇ ਨਾਲ ਆ, ਗੱਲਾਂ ਕਿਹਨਾਂ ਦੇ ਨਾਲ ਕਰਦਾ, ਕਿਹਨੂੰ ਸੁਣਦਾ, ਕਿਹਨੂੰ ਪੜ੍ਹਦਾ, ਕਿਹਨੂੰ ਦੇਖਦਾ, ਉਹੋ ਜਿਹਾ ਹੀ ਉਹ ਹੋਵੇਗਾ। ਕਿਸੇ ਦੇ ਚਰਿੱਤਰ ਨੂੰ ਦੇਖਣ ਵਾਸਤੇ ਉਹ ਬੰਦੇ ਨੂੰ ਦੇਖਣ ਦੀ ਲੋੜ ਨਹੀਂ, ਉਹ ਰਹਿੰਦਾ ਕਿਹਦੇ ਨਾਲ ਆ ਇਹ ਦੇਖੋ। ਕਬੀਰ ਸਾਕਤ ਸੰਗ ਨ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਭਾਈ ਗੁਰਦਾਸ ਜੀ ਕਹਿੰਦੇ ਹਨ, ਬਹੁਤ ਸੁੰਦਰ ਫਰਮਾਨ ਕਰਦੇ ਨੇ। ਕਹਿੰਦੇ ਨੇ ਕਿ ਕੂਕਰ ਕੇ ਕਾਟਤ ਕਲੇਵਰੇ ਲਾਗੈ ਛੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ, ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ ਲੋਕ ਪਰ ਲੋਕ ਦੁਖ ਦੋਖ ਨਾ ਟਰਤ ਹੈ। ਜੇਕਰ ਆਪਾਂ ਇੱਕ ਘੜਾ ਲੈ ਲਈਏ, ਫੂਟ ਤੇ ਜਿਉਂ ਗਾਗਰ ਪਰਤ ਹੀ ਪਖਾਨ ਪਹਿ, ਪਾਹਨ ਪਰਤ ਪੁਨ ਗਗਨ ਹਰਤ ਹੈ। ਜੇਕਰ ਆਪਾਂ ਇੱਕ ਘੜਾ ਲੈ ਲਈਏ, ਉਹਨੂੰ ਪੱਥਰ ਤੇ ਸੁੱਟੀਏ, ਚੱਕ ਕੇ ਮਾਰੀਏ, ਟੁੱਟਣਾ ਕਿਹਨੇ ਆ? ਘੜੇ ਨਹੀਂ ਟੁੱਟਣਾ। ਚਾਹੇ ਪੱਥਰ ਨੂੰ ਚੱਕ ਕੇ ਘੜੇ ਤੇ ਸੁੱਟੋ, ਚਾਹੇ ਘੜੇ ਨੂੰ ਚੱਕ ਕੇ ਪੱਥਰ ਤੇ ਸੁੱਟੋ, ਟੁੱਟਣਾ ਘੜੇ ਨਹੀਂ ਆ, ਨੁਕਸਾਨ ਘੜੇ ਦਾ ਹੀ ਹੋਣਾ। ਕੋਇਲਾ ਸੀਤਲ ਕਰ ਕਰਤ ਸਿਆਮ ਗਏ, ਪਰਸ ਤਪਤ ਪਰ ਦਗਧ ਕਰਤ ਹੈ। ਤੇ ਬਲਦੇ ਹੋਏ ਕੋਲੇ ਨੂੰ ਤਲੀ ਤੇ ਰੱਖੋਗੇ ਤੇ ਤੁਹਾਡੀ ਹੀ ਤਲੀ ਮੱਚਣੀ ਆ, ਤੁਹਾਡੀ ਹੀ ਤਲੀ ਸੜਨੀ ਆ, ਹੱਥ ਤੁਹਾਡਾ ਹੀ ਮੱਚਣਾ। ਠੰਡੇ ਨੂੰ ਰੱਖੋਗੇ ਦਾਗ ਪਾ ਦੇਗਾ, ਕਾਲਾ ਕਰ ਦੇਗਾ। ਗਰਮ ਕੋਲੇ ਨੂੰ ਰੱਖੋਗੇ ਉਹ ਮਚਾ ਦੇਗਾ। ਕੁੱਤਾ ਕੂਕਰ ਕੇ ਕਾਟਤ ਕਲੇਵਰੇ ਲਾਗੈ ਛੋਤ, ਜੇ ਪਿਆਰ ਨਾਲ ਚੱਟ ਜਾਵੇ ਤੇ ਨਹਾਉਣਾ ਪਵੇਗਾ, ਗੁੱਸੇ ਨਾਲ ਵੱਢ ਜਾਵੇ ਇੰਜੈਕਸ਼ਨ ਲਵਾਉਣੇ ਪੈਣਗੇ, ਟੀਕੇ ਲਵਾਉਣੇ ਪੈਣਗੇ, ਦਵਾਈ ਲੈਣੀ ਪਵੇਗੀ। ਮਾੜੇ ਬੰਦੇ ਨਾਲ ਲਾਈ ਹੋਈ ਪ੍ਰੀਤੀ ਵੀ ਮਾੜੀ ਆ, ਮਾੜੇ ਬੰਦੇ ਨਾਲ ਲਾਈ ਹੋਈ ਦੁਸ਼ਮਣੀ, ਪਾਈ ਹੋਈ ਦੁਸ਼ਮਣੀ ਇਹ ਵੀ ਮਾੜੀ ਆ। ਸਾਕਤ ਸੰਗ ਨ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਮੋਢੇ ਉੱਤੇ ਡਾਂਗ ਰੱਖ ਬਣੇ ਨਾ ਲੜਾਕਾ ਕੋਈ, ਗੱਤਕੇ ਦੀ ਖੇਡ ਦਾ ਖਿਡਾਰੀ ਹੁੰਦਾ ਕੋਈ। ਪਾਸ਼ਕ ਦੀ ਤੱਕੜੀ ਤੋਲ ਦੇ ਬਥੇਰੇ ਇੱਥੇ, ਸੌਦੇ 'ਚ ਖਰਾ ਤੇ ਵਿਹਾਰੀ ਹੁੰਦਾ ਕੋਈ। ਟਾਮਾ ਹੁੰਦਾ ਕੋਈ, ਲਾਲਾਂ ਦੀ ਪਰਖ ਵਾਲਾ, ਰਬਾਬੀਆ ਇਨਾਮ ਦਾ ਵਪਾਰੀ ਹੁੰਦਾ ਕੋਈ। ਉਂਗਲੀ ਮੈਂ ਚੁੱਕ ਕੇ ਲੜਾਉਂਦੇ ਮੈਂ ਹਜ਼ਾਰਾਂ ਦੇਖੇ, ਲੜਦੇ ਹਟਾਉਣ ਵਾਲਾ ਹੁੰਦਾ ਜੱਗ ਕੋਈ। ਹੱਸਦੇ ਹਸਾਉਂਦਿਆਂ ਨੂੰ ਤੱਕ ਕੇ ਨਾਰਾਜ਼ ਹੁੰਦੇ, ਰੋਂਦੇ ਨੂੰ ਹਸਾਉਣ ਵਾਲਾ ਹੁੰਦਾ ਜੱਗ ਕੋਈ। ਗੱਲਾਂ ਬਾਤਾਂ ਨਾਲ ਢਿੱਡ ਰੱਬ ਵਾਲਾ ਪਾੜ ਦਿੰਦੇ, ਬੋਲਾਂ ਨੂੰ ਪਗਾਉਣ ਵਾਲਾ ਹੁੰਦਾ ਜੱਗ ਕੋਈ। ਜਗ ਮਹਿ ਉਤਮ ਕਾਢੀਏ ਵਿਰਲੇ ਕੇ ਗੱਲੀ ਜੋਗ ਨ ਹੋਈ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ, ਬਾਤਨ ਸੇ ਜਾਈਏ ਕੈਸੇ ਬਾਤਨ ਸੇ ਜਾਈਏ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਗੱਲਾਂ ਦੇ ਨਾਲ ਨਹੀਂ। ਗੁਰੂ ਸਾਹਿਬ ਜੀ ਜੋ ਸਾਨੂੰ ਸਿਖਾਉਂਦੇ ਨੇ ਨਾ, ਅਸਲ ਦੇ ਵਿੱਚ ਅਸੀਂ ਉਹਨੂੰ ਪੜ੍ਹਦੇ ਹਾਂ,
ਅਸੀਂ ਉਹਨੂੰ ਸੁਣਦੇ ਹਾਂ, ਅਸੀਂ ਉਹਨੂੰ ਕਮਾਉਂਦੇ ਨਹੀਂ, ਜੀਵਨ 'ਚ ਨਹੀਂ ਲਿਆਉਂਦੇ ਉਹਨੂੰ। ਖਾਲੀ ਬੰਦੂਕ ਖੜਕਾ ਬਹੁਤ ਕਰਦੀ ਆ, ਮਾਰ ਨਹੀਂ ਕਰ ਸਕਦੀ। ਜੇ ਪੜ੍ਹੀਆਂ ਗੱਲਾਂ ਨੂੰ, ਸੁਣੀਆਂ ਗੱਲਾਂ ਨੂੰ ਅਸੀਂ ਅਮਲ 'ਚ ਹੀ ਨਹੀਂ ਲਿਆ ਸਕਦੇ, ਕਿ ਇਉਂ ਆ ਚੰਦਨ ਦੇ ਬੂਟੇ ਕੋਲ ਰਹਿ ਕੇ ਚੰਦਨ ਦੀ ਮਹਿਕ ਨਹੀਂ ਕਬੂਲ ਰਹੇ ਅਸੀਂ। ਚੰਦਨ ਦਾ ਇੱਕ ਦਰਖਤ ਹੁੰਦਾ, ਉਹਦੇ ਵਿੱਚ ਬੜੀ ਮਹਿਕ ਹੁੰਦੀ ਆ, ਉਹਦੇ ਆਸੇ ਪਾਸੇ ਜਿਹੜੇ ਤੁਸੀਂ ਬੂਟੇ ਲਾਓਗੇ ਸਾਰਿਆਂ 'ਚੋਂ ਮਹਿਕ ਆਉਣ ਲੱਗ ਜੇਗੀ। ਐਸਾ ਬੂਟਾ ਹੈ। ਪਰ ਇੱਕ ਐਸਾ ਬੂਟਾ ਹੈ ਜਿਹੜਾ ਬਾਂਸ ਦਾ, ਬਾਂਸ ਚੰਦਨ ਦਾ ਪ੍ਰਭਾਵ ਹੀ ਨਹੀਂ ਕਬੂਲਦਾ, ਭਾਵੇਂ ਉਹਦੇ ਲਾਗੇ ਹੀ ਉਹਨੂੰ ਲਾ ਦਿਓ ਤੁਸੀਂ। ਚੰਦਨ ਕਹਿ ਨਿਕਟੇ ਵਸੈ, ਬਾਂਸ ਸੁਗੰਧ ਨਾ ਹੋਏ। ਬਾਂਸ ਪ੍ਰਭਾਵ ਹੀ ਨਹੀਂ ਕਬੂਲਦਾ। ਤਾਂ ਸਾਡਾ ਸੁਭਾਅ ਅਸੀਂ ਕਹਿ ਸਕਦੇ ਹਾਂ ਬਾਂਸ ਦੇ ਵਾਂਗ ਆ। ਬਾਂਸ ਜਿਵੇਂ ਅੰਦਰੋਂ ਖੋਖਲਾ ਹੁੰਦਾ, ਖੋਲ ਹੁੰਦਾ, ਉਹ 'ਚ ਕੋਈ ਚੀਜ਼ ਨਹੀਂ ਟਿਕਦੀ। ਅੰਧਾ ਲੋਗ ਨਾ ਜਾਣੇ ਜੋ ਬਾਂਸ ਵਜਾਈਏ ਫੂਕ। ਸਾਡੇ ਅੰਦਰ ਜਿਹੜੀ ਬਾਂਸ ਵਾਲੀ ਵਿਰਤੀ ਆ, ਗੁਰੂ ਮਹਾਰਾਜ ਕੁਝ ਕਹਿ ਦੇਣ ਉਹ ਟਿਕਦਾ ਨਹੀਂ, ਉਹਦੇ ਵਿੱਚ ਨਿਕਲ ਜਾਂਦਾ ਬਾਹਰ। ਇਸ ਕਰਕੇ ਜੀਵਨ ਦੇ ਵਿੱਚ ਚੰਗੀਆਂ ਗੱਲਾਂ ਨੂੰ ਪੜ੍ਹਨਾ, ਉਹਨਾਂ ਨੂੰ ਕਮਾਉਣਾ ਹੁੰਦਾ। ਜੀਵਨ ਦੇ ਵਿੱਚ ਗੁਰੂ ਕੋਲ ਆ ਕੇ ਬਹਿਣ ਦੇ ਅਰਥ ਕੀ ਹੁੰਦੇ ਨੇ? ਗੁਰੂ ਜੈਸਾ ਹੋਣਾ ਹੁੰਦਾ। ਇੱਕ ਕਹਾਣੀ ਪੜ੍ਹੀ ਮੈਂ, ਬੜੀ ਸੁੰਦਰ ਆ, ਤੁਹਾਨੂੰ ਹੋਰ ਸਮਝ ਆਊਗੀ। ਮਹਾਤਮਾ ਬੁੱਧ ਜੀ ਹੋਏ, ਉਹਨਾਂ ਬੜਾ ਹੀ ਪ੍ਰਚਾਰ ਕੀਤਾ, ਬੜੇ ਉਹਨਾਂ ਦੇ ਭਿਕਸ਼ੂ ਸਨ, ਆਸ਼ਰਮ ਦੇ ਵਿੱਚ ਰਹਿੰਦੇ। ਤੇ ਇਸ ਪ੍ਰਕਾਰ ਇੱਕ ਉਹਨਾਂ ਦਾ ਭਿਕਸ਼ੂ ਆ ਕੇ ਉਹਨਾਂ ਨੂੰ ਪੁੱਛਦਾ, ਕਹਿਣ ਲੱਗਾ, ਬੁੱਧ ਜੀ ਦੇਖੋ, ਜਿੰਨੇ ਵੀ ਤੁਹਾਡੇ ਚੇਲੇ ਨੇ ਨਾ, ਕਿਸੇ ਨਾ ਕਿਸੇ ਵਿੱਚ ਕੋਈ ਕਮੀ ਆ। ਫਲਾਣਾ ਜਿਹੜਾ ਬੰਦਾ ਉਹ 'ਚ ਇਹ ਕਮੀ ਆ, ਉਹ ਸਫਾਈ ਤਰੀਕੇ ਨਾਲ ਨਹੀਂ ਕਰਦਾ। ਜਿਹੜਾ ਤੁਹਾਡਾ ਦੂਜਾ ਭਿਕਸ਼ੂ ਆ, ਨਾਂ ਲੈ ਕੇ ਕਹਿੰਦਾ ਸੀ, ਉਹਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਸਹੀ ਤਰੀਕੇ ਨਾਲ, ਉਹਨੂੰ ਬੈਠਣਾ ਨਹੀਂ ਆਉਂਦਾ, ਉਹ ਧਿਆਨ ਨਹੀਂ ਕਰਦਾ। ਕੱਲੇ ਕੱਲੇ ਦੀ ਉਹਨੇ ਕਮੀ ਗਿਣਾ ਦਿੱਤੀ। ਬੁੱਧ ਜੀ ਸੁਣੀ ਗਏ, ਸੁਣੀ ਗਏ। ਇਹ ਬੰਦੇ ਦਾ ਸੁਭਾਅ ਹੈ। ਰਿਸ਼ਤਿਆਂ ਦੇ ਵਿੱਚ ਦਰਾੜਾਂ ਪਤਾ ਕਿਉਂ ਪੈਂਦੀਆਂ ਨੇ? ਜਿਹਨੂੰ ਅਸੀਂ ਵਿਆਹ ਕੇ ਲੈ ਕੇ ਆਉਂਦੇ ਹਾਂ, ਜਾਂ ਜਿੱਥੇ ਅਸੀਂ ਵਿਆਹ ਕਰਵਾ ਕੇ ਜਾਂਦੇ ਹਾਂ, ਪਹਿਲਾਂ ਤਾਂ ਗੁਣ ਵੇਖੇ ਜਾਂਦੇ ਨੇ, ਮਹੀਨਾ 2 ਮਹੀਨਾ, ਫਿਰ ਹੌਲੀ ਹੌਲੀ ਇੱਕ ਦੂਜੇ ਦੀਆਂ ਕਮੀਆਂ ਅਸੀਂ ਲੱਭਦੇ ਹਾਂ। ਇਹ ਗੱਲ ਪੱਕੀ ਹੈ, ਜਿਉਂਦਿਆਂ ਜੀ ਅਸੀਂ ਬੰਦਿਆਂ 'ਚੋਂ ਕੰਡੇ ਚੁਗਦੇ ਹਾਂ, ਮਰਨ ਬਾਅਦ ਕਹਿੰਦੇ ਹਾਂ ਕਿ ਬੰਦੇ ਦੇ ਫੁੱਲ ਚੁਗਣੇ ਨੇ। ਸਾਰੀ ਜ਼ਿੰਦਗੀ ਬੰਦੇ 'ਚੋਂ ਕੰਡੇ ਲੱਭਦੇ ਹਾਂ, ਜਦੋਂ ਮਰ ਜਾਂਦਾ ਉਦੋਂ ਕਿਹਾ ਜਾਂਦਾ ਇਹਦੇ ਫੁੱਲ ਚੁਗਣੇ ਨੇ। ਜਿਉਂਦਿਆਂ ਜੀ ਅਸੀਂ ਬੰਦੇ ਦੇ ਫੁੱਲ ਨਹੀਂ ਚੁਗਦੇ, ਭਾਵ ਉਹਦੇ ਗੁਣ ਨਹੀਂ ਦੇਖਦੇ। ਤਾਂ ਮਹਾਤਮਾ ਬੁੱਧ ਜੀ ਸੁਣੀ ਗਏ, ਸੁਣੀ ਗਏ। ਉਹਨੇ ਸਾਰਿਆਂ ਦੇ ਕੰਡੇ ਗਿਣਾ ਦਿੱਤੇ, ਔਗਣ ਗਿਣਾ ਦਿੱਤੇ, ਕਮੀਆਂ ਗਿਣਾ ਦਿੱਤੀਆਂ, ਬੈਡ ਹੈਬਿਟਸ ਗਿਣਾ ਦਿੱਤੀਆਂ, ਬੁਰੀਆਂ ਆਦਤਾਂ ਗਿਣਾ ਦਿੱਤੀਆਂ। ਬੁੱਧ ਜੀ ਕਹਿਣ ਲੱਗੇ, ਦੇਖ, ਜੇ ਸਾਰੀ ਧਰਤੀ ਤਪਦੀ ਹੋਵੇ, ਸੂਰਜ ਬਹੁਤ ਜ਼ਿਆਦਾ ਆਪਣੇ ਜੋਸ਼ 'ਚ ਹੋਵੇ, ਜਵਾਨੀ 'ਚ ਹੋਵੇ, ਜਿਵੇਂ ਜੇਠ ਹਾੜ ਦੀ ਰੁੱਤ ਹੁੰਦੀ ਆ, ਤਾਂ ਉਦੋਂ ਸਾਰੀ ਧਰਤੀ ਤੇ ਚਟਾਈ ਨਹੀਂ ਵਿਛਾਈ ਜਾ ਸਕਦੀ। ਸਾਰੀ ਧਰਤੀ ਤੇ ਚਟਾਈ ਥੋੜ੍ਹੀ ਵਿਛਾਵਾਂਗੇ ਆਪਾਂ, ਵੀ ਸਾਰੀ ਧਰਤੀ ਤਪਦੀ ਆ, ਚਲੋ ਸਾਰੀ ਧਰਤੀ ਤੇ ਚਟਾਈ ਵਿਛਾ ਦਈਏ। ਸਿਆਣਾ ਬੰਦਾ ਉਹ ਹੋਊਗਾ ਜਿਹੜਾ ਆਪਣੇ ਪੈਰਾਂ 'ਚ ਜੋੜਾ ਪਾ ਲਊਗਾ। ਕਹਿੰਦੇ ਤੂੰ ਫਲਾਣੇ ਬੰਦੇ ਦੀਆਂ ਕਮੀਆਂ, ਉਹ 'ਚ ਇੰਨੀਆਂ ਕਮੀਆਂ, ਇਹ 'ਚ ਇੰਨੀਆਂ ਕਮੀਆਂ ਗਿਣਾ ਰਿਹਾ, ਤੂੰ ਸਾਰਿਆਂ ਨੂੰ ਸੁਧਾਰਨਾ ਚਾਹੁੰਦਾ, ਪਹਿਲਾਂ ਆਪਣਾ ਸੁਧਾਰ ਤਾਂ ਕਰ ਲਾ। ਕਿਸੇ ਦੇ ਦੋਖ ਦੇਖਣਾ, ਕਿਸੇ ਦੀਆਂ ਕਮੀਆਂ ਲੱਭਣੀਆਂ ਸਭ ਤੋਂ ਵੱਡੀ ਕਮੀ ਹੁੰਦੀ ਆ। ਕਿਸੇ ਦੀਆਂ ਗਲਤੀਆਂ ਦੇਖਣੀਆਂ, ਅੰਦਰੋਂ ਲੱਭਣੀਆਂ, ਟੋਲਣੀਆਂ, ਕੰਡੇ ਚੁਗਣੇ ਸਭ ਤੋਂ ਵੱਡਾ ਪਾਪ ਹੁੰਦਾ। ਸ਼ੇਖ ਸਾਦੀ ਜੀ ਇੱਥੋਂ ਤੱਕ ਕਹਿੰਦੇ ਨੇ, ਕਿਸੇ ਦੇ ਦੋਖ ਦੇਖਣੇ ਸਭ ਤੋਂ ਵੱਡਾ ਦੋਖ ਆ, ਕਿਸੇ ਦੀਆਂ ਕਮੀਆਂ ਤੱਕਣੀਆਂ। ਇਹੀ ਚੀਜ਼ਾਂ ਨੇ ਬੰਦੇ ਨੂੰ ਡੋਬਿਆ, ਬੰਦੇ ਦੇ ਰਿਸ਼ਤਿਆਂ ਨੂੰ ਡੋਬਿਆ। ਇਹੀ ਚੀਜ਼ਾਂ ਨੇ ਦਰਾੜਾਂ ਪੈਦਾ ਕੀਤੀਆਂ, ਇਹੀ ਚੀਜ਼ਾਂ ਨੇ ਘਰਾਂ 'ਚ ਕੰਧਾਂ ਕਢਵਾਈਆਂ,
ਇਹਨਾਂ ਨੇ ਮਾਂ ਪਿਓ ਵਾਲੇ ਰਿਸ਼ਤੇ ਮਾਂ ਪਿਓ ਨਹੀਂ ਰਹਿਣ ਦਿੱਤੇ, ਇਹਨਾਂ ਹੀ ਭਰਾ ਭਰਾ ਨਹੀਂ ਰਹਿਣ ਦਿੱਤਾ। ਇਹੀ ਆਦਤਾਂ ਨੇ। ਗੁਰੂ ਸਾਨੂੰ ਹਮੇਸ਼ਾ ਹੀ ਚੰਗੀ ਜ਼ਿੰਦਗੀ ਸਿਖਾਉਂਦਾ ਹੈ ਕਿ ਮੇਰਾ ਸਿੱਖ ਜਿਹੜਾ ਉਹਦੀ ਜ਼ਿੰਦਗੀ ਸੋਹਣੀ ਬਣੇ, ਉਹਨੂੰ ਜੀਵਨ ਮਿਲੇ। ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ। ਉਹ ਇੱਕ ਨਿਰੰਜਨ ਹੁੰਦਾ, ਕਾਲਖ ਤੋਂ ਰਹਿਤ। ਪਰਮਾਤਮਾ ਦਾ ਨਾਮ ਕਾਲਖ ਤੋਂ ਰਹਿਤ ਆ, ਉਹਨੂੰ ਗਾਈਏ। ਉਹਦੇ ਨਾਲ ਬੰਦੇ 'ਚ ਵੀ ਕਾਲਖ ਨਹੀਂ ਰਹਿੰਦੀ, ਜਿਹੜਾ ਸਾਰਿਆਂ 'ਚ ਪੂਰੀ ਪੂਰੀ ਵਸੰਤਾਵਾਦ, ਕੀੜੀ 'ਚ ਵੀ ਆ, ਹਾਥੀ 'ਚ ਵੀ ਆ, ਪੱਤਿਆਂ 'ਚ ਵੀ ਆ, ਫੁੱਲਾਂ 'ਚ ਵੀ ਆ, ਤਿਤਲੀਆਂ 'ਚ ਵੀ ਆ, ਸਾਡੇ ਮਾਂ ਪਿਓ 'ਚ ਵੀ ਆ ਤੇ ਸਾਡੇ 'ਚ ਵੀ ਆ। ਐਸੇ ਨੂੰ ਯਾਦ ਕਰੀਏ, ਫਿਰ ਜ਼ਿੰਦਗੀ ਹਸੀਨ ਬਣ ਜਾਂਦੀ ਆ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਕਰਨ ਕਾਰਨ ਸਮਰੱਥ ਵੀ ਆ, ਜੋ ਕਰਦਾ ਉਹੀ ਹੁੰਦਾ। ਖਿਨ ਮੈਂ ਥਾਪੋ ਥਾਪਦਾ ਤਿਸ ਬਿਨ ਨਹੀਂ ਕੋਈ। ਇੱਕ ਖਿਨ ਦੇ ਵਿੱਚ ਉਹ ਚਾਹਵੇ ਤੇ ਧਰਤੀ ਬਣਾ ਦੇਵੇ, ਖਿਨ ਦੇ ਵਿੱਚ ਚਾਹਵੇ ਤੇ ਢਾ ਦੇਵੇ, ਤੇ ਉਹ ਤੋਂ ਬਿਨਾਂ ਇਹ ਚੀਜ਼ ਕੋਈ ਕਰ ਨਹੀਂ ਸਕਦਾ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਉਹ ਖੰਡਾਂ 'ਚ ਵੀ ਆ, ਧਰਤੀ ਦੇ ਸਾਰੇ ਹਿੱਸਿਆਂ 'ਚ ਆ, ਬ੍ਰਹਿਮੰਡ ਦੇ ਵਿੱਚ, ਯੂਨੀਵਰਸ ਦੇ ਵਿੱਚ ਵੀ ਉਹੀ ਆ, ਪਾਤਾਲ ਦੇ ਵਿੱਚ ਵੀ ਉਹੀ ਆ, ਦੀਪ 'ਚ ਵੀ ਉਹੀ ਆ। ਪਰ ਇਹ ਗੱਲ ਕਿਹਨੂੰ ਪਤਾ ਲੱਗਦੀ ਆ? ਜਿਸ ਆਪ ਬੁਝਾਏ ਸੁਬੁਝ ਸੀ, ਨਿਰਮਲ ਜਨ ਸੋਈ। ਜਿਹਨੂੰ ਆਪ ਬੁਝਾਉਂਦਾ ਇਹ ਗੱਲਾਂ, ਉਹੀ ਇਹ ਚੀਜ਼ਾਂ ਨੂੰ ਸਮਝ ਸਕਦਾ, ਦੂਜਾ ਵਿਅਕਤੀ ਨਹੀਂ। ਜਿਹਨੂੰ ਉਹ ਚਾਨਣ ਕਰਾਉਂਦਾ, ਉਹੀ ਇਹ ਚੀਜ਼ਾਂ ਨੂੰ ਜਾਣ ਸਕਦਾ। ਨਹੀਂ, ਇੱਥੇ ਲੋਕ ਬਹੁਤ ਨੇ, ਕਿਤਾਬਾਂ ਬਹੁਤ ਨੇ, ਕਿ ਜੇ ਕਿਤਾਬਾਂ ਪੜ੍ਹ ਕੇ ਧਰਤੀ ਸਵਰਗ ਬਣਦੀ, ਚੰਗਾ ਸਾਹਿਤ, ਕਿਤਾਬਾਂ ਬਹੁਤ ਨੇ, ਪਰ ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਪੜ੍ਹਦੇ ਨੇ ਨਾ, ਕਿੰਨੇ ਨੇ ਅਮਲ ਕਮਾਉਂਦੇ ਨੇ। ਅੱਜ ਧਰਤੀ ਨੇ ਸਵਰਗ ਹੋਣਾ ਸੀ। ਗਿਆਨ ਉਦੋਂ ਬਣਦਾ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਨਹੀਂ, ਗਿਆਨ ਹੀ ਰਹਿ ਜਾਂਦਾ, ਬਸ ਅਧੂਰਾ ਗਿਆਨ ਰਹਿ ਜਾਂਦਾ, ਪੂਰਾ ਨਹੀਂ ਬਣ ਪਾਉਂਦਾ। ਗੁਰੂ ਦੀ ਕਿਰਪਾ ਦਾ ਹੋਣਾ ਬੜਾ ਲਾਜ਼ਮੀ ਆ। ਬੰਦੇ ਦੇ ਅੰਦਰ ਟਿਕਾ ਨਹੀਂ, ਸ਼ਾਂਤੀ ਨਹੀਂ, ਬਿਲਕੁਲ ਵੀ। ਇਹਦੇ ਕੋਲ ਆਪਦੇ ਲਈ ਸਮਾਂ ਨਹੀਂ ਹੈਗਾ। ਇਹ ਆਪਦੇ ਆਪ ਨਾਲ ਨਹੀਂ ਬੈਠ ਸਕਦਾ, ਆਪਦੇ ਮਨ ਨੂੰ ਨਹੀਂ ਦੇਖ ਸਕਦਾ, ਆਪਦੇ ਆਪ ਨੂੰ ਨਹੀਂ ਸਮਝ ਸਕਦਾ। ਇਸ ਕਰਕੇ ਮ੍ਰਿਗ ਤ੍ਰਿਸ਼ਨਾ ਦੇ ਵਾਂਗ ਭੱਜਿਆ ਫਿਰਦਾ। ਕਸਤੂਰੀ ਕੁੰਡਲ ਵਸੈ ਮ੍ਰਿਗ ਢੂੰਡੇ ਬਨ ਮਾਹੇ। ਇਸੇ ਘਟ ਘਟ ਰਵ ਰਹਿਆ ਦੁਨੀਆ ਦੇਖੈ ਨਾਹੇ। ਕਬੀਰ ਸਾਹਿਬ ਜੀ ਦਾ ਇੱਕ ਗ੍ਰੰਥ ਆ, ਉਹਨੂੰ ਬੀਜਕ ਗ੍ਰੰਥ ਕਹਿੰਦੇ ਨੇ। ਉਹਦੀਆਂ ਪੰਕਤੀਆਂ ਨੇ ਇਹ। ਤੇ ਕਬੀਰ ਕਸਤੂਰੀ ਕੁੰਡਲ ਭਇਆ ਮ੍ਰਿਗ ਢੂੰਡੇ ਬਨ ਮਾਹੇ। ਇਸੇ ਘਟ ਘਟ ਰਵ ਰਹਿਆ ਦੁਨੀਆ ਦੇਖੈ ਨਾਹੀ। ਕਸਤੂਰੀ ਕੁੰਡਲ ਵਸੈ। ਕਸਤੂਰੀ ਜਿਹੜੀ ਆ ਹਿਰਨ ਦੀ ਧੁੰਨੀ 'ਚ ਆ, ਉੱਥੋਂ ਆ ਰਹੀ ਆ ਵਾਸ਼ਨਾ। ਉਹ ਜੰਗਲ 'ਚ ਲੱਭਦਾ ਫਿਰਦਾ। ਮ੍ਰਿਗ ਢੂੰਡੇ ਬਨ ਮਾਹੇ ਇਸੇ ਘਟ ਘਟ ਰਵ ਰਹਿਆ ਦੁਨੀਆ ਦੇਖੇ ਨਾਹੀ। ਇਵੇਂ ਰੱਬ ਅੰਦਰ ਆ ਬੰਦੇ ਦੇ, ਬੰਦਾ ਸ਼ਾਂਤੀ ਬਾਹਰ ਲੱਭਦਾ, ਸ਼ਾਂਤੀ ਉਹਦੇ ਅੰਦਰ। ਇਵੇਂ ਇੱਕ ਕਹਾਣੀ ਆਉਂਦੀ ਬੜੀ ਵਧੀਆ, ਸੁੰਦਰ ਹੈ ਗਾਥਾ। ਇੱਕ ਬਜ਼ੁਰਗ ਸਨ ਤੇ ਉਹਨਾਂ ਕੋਲ ਇੱਕ ਘੜੀ ਸੀ। ਤੋਹਫੇ ਦੇ ਵਜੋਂ ਉਹਨਾਂ ਨੂੰ ਦੇ ਦਿੱਤੀ ਉਹਨਾਂ ਦੇ ਪਿਤਾ ਜੀ ਨੇ, ਤੇ ਪਿਤਾ ਜੀ ਉਹਨਾਂ ਦੇ ਚਲਾਣਾ ਕਰ ਗਏ। ਜਿਹੜੇ ਤੋਹਫੇ ਹੁੰਦੇ ਨੇ ਨਾ, ਅਕਸਰ ਅਸੀਂ ਕੀ ਕਰਦੇ ਹਾਂ, ਕਿਹਾ ਜਾਂਦਾ ਵੀ ਇਹ ਵਰਤੇ ਨਹੀਂ ਜਾਂਦੇ, ਇਹ ਸੰਭਾਲੇ ਜਾਂਦੇ ਆ, ਇਹ ਦੇਖੇ ਨਹੀਂ ਜਾਂਦੇ, ਦਿਖਾਏ ਜਾਂਦੇ ਆ। ਤੋਹਫਿਆਂ ਦੇ ਸੰਬੰਧ ਵਿੱਚ ਇਹ ਰਾਏ ਆ, ਤੋਹਫੇ ਜਿਹੜੇ ਹੁੰਦੇ ਨੇ, ਗਿਫਟ ਜਿਹੜੇ ਹੁੰਦੇ ਨੇ, ਵਰਤੇ ਨਹੀਂ ਜਾਂਦੇ, ਸਾਂਭੇ ਜਾਂਦੇ ਨੇ, ਦੇਖੇ ਨਹੀਂ ਜਾਂਦੇ, ਦਿਖਾਏ ਜਾਂਦੇ ਨੇ। ਭਾਵਨਾ ਸਾਡੀ ਜੁੜ ਜਾਂਦੀ ਆ ਤੋਹਫੇ ਦੇ ਨਾਲ ਵੀ। ਫਲਾਣੇ ਬੰਦੇ ਨੇ ਸਾਨੂੰ ਦਿੱਤਾ ਸੀ ਕਿਸੇ ਸਮੇਂ, ਤਾਂ ਉਹਨਾਂ ਨੂੰ ਵੀ ਉਹਦੇ ਪਿਤਾ ਜੀ ਨੇ ਦਿੱਤੀ ਸੀ ਇਹ ਘੜੀ। ਕਲਾਈ ਤੇ ਬੰਨ੍ਹ ਕੇ ਰੱਖਣ ਲੱਗ ਗਏ। ਇੱਕ ਦਿਨ ਗੁੰਮ ਹੋ ਗਈ, ਗਵਾਚ ਗਈ। ਕੰਮ ਕਰਦਿਆਂ ਤੋਂ ਖੇਤਾਂ 'ਚ ਕਿਸਾਨ ਸਨ, ਲੱਭੀ ਤੇ ਪਰ ਲੱਭੀ ਨਹੀਂ।
ਮਨ ਜਿਹੜਾ ਹੈ ਪਰੇਸ਼ਾਨ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਇੱਕ ਨਿਸ਼ਾਨੀ ਸੀ, ਉਹ ਮੈਨੂੰ ਦੇ ਕੇ ਗਏ ਪਰ ਮੈਂ ਸੰਭਾਲ ਨਹੀਂ ਸਕਿਆ। ਉਦਾਸ ਹੋ ਗਿਆ ਮਨ, ਬਹੁਤ ਲੱਭੀ ਪਰ ਨਹੀਂ ਲੱਭੀ। ਤੇ ਇਹਨਾਂ ਦੇ ਕੋਲ ਬੱਚੇ ਆਉਂਦੇ ਹੁੰਦੇ ਸੀ ਖੇਡਣ ਸ਼ਾਮ ਨੂੰ। ਬੱਚਿਆਂ ਨੇ ਆਖਿਆ ਵੀ ਤੁਸੀਂ ਪਰੇਸ਼ਾਨ ਲੱਗਦੇ ਹੋ ਬਜ਼ੁਰਗੋ, ਦੱਸੋ ਕਾਰਨ ਕੀ ਆ। ਦੱਸਿਆ ਮੇਰੀ ਘੜੀ ਗੁੰਮ ਹੋ ਗਈ। ਕਿਉਂਕਿ ਬੰਦਾ ਦੇਖੋ ਚੀਜ਼ਾਂ ਦੇ ਨਾਲ ਇੰਨਾ ਜੁੜ ਜਾਂਦਾ, ਚੀਜ਼ਾਂ ਹੀ ਸਾਨੂੰ ਖੁਸ਼ੀ ਦਿੰਦੀਆਂ ਨੇ ਤੇ ਚੀਜ਼ਾਂ ਹੀ ਸਾਨੂੰ ਉਦਾਸ ਕਰਦੀਆਂ ਨੇ। ਕਿਵੇਂ? ਚੀਜ਼ਾਂ ਦਾ ਮਿਲ ਜਾਣਾ ਹੀ ਬੰਦੇ ਨੂੰ ਸੁੱਖ ਦਿੰਦਾ, ਖੁਸ਼ੀ ਦਿੰਦਾ। ਚੀਜ਼ਾਂ ਦਾ ਖੁੱਸ ਜਾਣਾ ਹੀ ਬੰਦੇ ਨੂੰ ਨਿਰਾਸ਼ ਕਰਦਾ। ਸਾਡੀ ਖੁਸ਼ੀ ਅਸੀਂ ਆਪ ਨਹੀਂ ਤੈਅ ਕਰਦੇ, ਚੀਜ਼ਾਂ ਤੈਅ ਕਰ ਰਹੀਆਂ ਨੇ। ਮਹਾਰਾਜ ਨੇ ਇਹਨਾਂ ਚੀਜ਼ਾਂ ਤੋਂ ਹਟਾਇਆ ਸੀ, ਇਹਨੂੰ ਮੋਹ ਕਹਿੰਦੇ ਨੇ। ਖੈਰ ਉਹਦੀ ਜਿਹੜੀ ਘੜੀ ਗੁੰਮ ਗਈ, ਬੱਚਿਆਂ ਨੇ ਵੀ ਆਖਿਆ ਸੀ ਮਦਦ ਕਰਦੇ ਆ, ਖੇਤਾਂ 'ਚ ਲੱਭੀ, ਘਰ 'ਚ ਲੱਭੀ, ਪਰ ਮਿਲੀ ਨਹੀਂ ਘੜੀ। ਸਾਰੇ ਬੱਚੇ ਥੱਕ ਗਏ, ਸਾਰੇ ਬੱਚੇ ਚਲੇ ਗਏ। ਇੱਕ ਬੱਚਾ ਉਹਨਾਂ 'ਚੋਂ ਰਹਿ ਗਿਆ। ਉਹ ਕਹਿੰਦਾ ਮੈਨੂੰ ਮੌਕਾ ਦਿਓ ਦੁਬਾਰਾ ਤੇ ਮੈਂ ਇਹ ਲੱਭ ਕੇ ਦੇਵਾਂਗਾ ਬਜ਼ੁਰਗੋ ਤੁਹਾਡੀ ਘੜੀ, ਮੈਨੂੰ ਇੱਕ ਮੌਕਾ ਦਿਓ। ਕੱਲ ਆਪਾਂ ਸ਼ਾਂਤੀ ਦੀ ਕਰਦੇ ਹਾਂ। ਦਿੱਤਾ ਗਿਆ ਮੌਕਾ। ਕਹਿੰਦੇ ਵੀ ਕੋਈ ਗੱਲ ਨਹੀਂ, ਤੂੰ ਵੀ ਲੱਭ ਕੇ ਦੇਖ ਲਾ, ਹੋਰਾਂ ਬੱਚਿਆਂ ਨੇ ਦੇਖ ਲਈ, ਤੂੰ ਵੀ ਲੱਭ ਕੇ ਦੇਖ ਸਕਦਾ। ਇਹ ਬੱਚਾ ਘਰ ਦੇ ਅੰਦਰ ਗਿਆ, ਇਹਨੇ ਅੱਖਾਂ ਮੀਟ ਕੇ ਪੂਰਾ ਧਿਆਨ ਦੇ ਨਾਲ ਘੜੀ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕੀਤਾ। ਘੜੀ ਦੀ ਸੂਈ ਦੀ ਆਵਾਜ਼ ਸੁਣੀ ਪੂਰੇ ਇਕਾਗਰਤਾ ਦੇ ਨਾਲ, ਤੇ ਘੜੀ ਇਹਨੇ ਘਰ ਦੇ ਅੰਦਰੋਂ ਹੀ ਲੱਭੀ ਤੇ ਹੱਥ 'ਚ ਫੜ ਕੇ ਲਿਆ ਕੇ ਬਜ਼ੁਰਗਾਂ ਦੇ ਗੁੱਟ ਤੇ ਬੰਨ੍ਹ ਦਿੱਤੀ। ਬਜ਼ੁਰਗ ਬੜੇ ਖੁਸ਼ ਹੋਏ, ਕਹਿਣ ਲੱਗੇ ਤੂੰ ਲੱਭੀ ਕਿਵੇਂ ਘੜੀ ਜਿਹੜੀ? ਕਹਿੰਦੇ ਅਸਲ ਦੇ ਵਿੱਚ ਨਾ ਮੈਂ ਆਪ ਨਾਲ ਇੰਨਾ ਜ਼ਿਆਦਾ ਬੈਠਦਾ ਹਾਂ, ਇਕਾਗਰਤਾ ਇੰਨੀ ਆ ਮੇਰੇ ਅੰਦਰ ਕਿ ਮੈਂ ਗੌਰ ਦੇ ਨਾਲ ਇੰਨੀ ਨਿੱਕੀ ਤੋਂ ਨਿੱਕੀ ਆਵਾਜ਼ ਨੂੰ ਸੁਣ ਸਕਦਾ ਕਮਰੇ 'ਚ ਪਈ ਹੋਈ। ਕਈ ਦਫਾ ਆਪਾਂ ਵੀ ਜਦੋਂ ਸ਼ਾਂਤ ਹੁੰਦੇ ਹਾਂ ਨਾ, ਟਿਕ ਟਿਕਾ ਹੁੰਦਾ, ਘੜੀ ਦੀਆਂ ਸੂਈਆਂ ਸਾਨੂੰ ਸੁਣਦੀਆਂ ਨੇ। ਇਹ ਆਮ ਹੀ ਤੁਸੀਂ ਘਰ ਵਿੱਚ ਦੇਖਿਆ ਹੋਣਾ। ਜਦੋਂ ਸਵੇਰ ਵੇਲਾ ਹੁੰਦਾ ਜਾਂ ਬਿਲਕੁਲ ਰਾਤ ਹੁੰਦੀ ਹੈ ਟਿਕੀ, ਉਦੋਂ ਇਹ ਚੀਜ਼ਾਂ ਸਾਨੂੰ ਸੁਣਦੀਆਂ ਨੇ। ਇੰਨਾ ਇਕਾਗਰ ਕਰ ਲਿਆ, ਕਹਿੰਦਾ ਮੈਂ ਮਨ ਆਪਣਾ ਤੇ ਘੜੀ ਨੂੰ ਲੱਭ ਲਿਆ। ਸੁਣ ਸੁਣ ਕੇ ਇੰਨੀ ਇਕਾਗਰਤਾ। ਪਰ ਇਹ ਕਹਾਣੀ ਇਹ ਦੱਸਦੀ ਆ ਬੰਦੇ ਅੰਦਰ ਇੰਨੀ ਸ਼ਾਂਤੀ ਨਹੀਂ, ਬੰਦੇ ਅੰਦਰ ਇੰਨਾ ਸਕੂਨ ਹੀ ਨਹੀਂ ਬਚਿਆ ਵੀ ਉਹ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਜੀਵਨ ਲਾਵੇ, ਆਪਣੇ ਆਪ ਨਾਲ ਬੈਠੇ, ਆਪਣੇ ਆਪ ਨੂੰ ਸਮਝੇ। ਇਹ ਗੁਰਮੁਖਾਂ ਦਾ ਕੰਮ ਰਹਿ ਗਿਆ ਬਸ। ਇਹ ਮਨ ਆਰਸੀ ਕੋਈ ਗੁਰਮੁਖ ਦੇਖੈ। ਮਨ ਜਿਹੜਾ ਹੁੰਦਾ ਸ਼ੀਸ਼ੇ ਵਰਗਾ ਹੁੰਦਾ, ਉਹਦੇ ਵਿੱਚ ਸਾਨੂੰ ਸਾਰਾ ਕੁਝ ਦਿਖਦਾ, ਜੋ ਜੋ ਅਸੀਂ ਕੀਤਾ ਅੱਜ ਤੱਕ, ਤਾਂ ਜੋ ਜੋ ਅਸੀਂ ਹਾਂ। ਕਿਉਂਕਿ ਜੋ ਕੁਝ ਅੱਜ ਤੱਕ ਮੈਂ ਖਾਧਾ ਉਹ ਤਾਂ ਮੇਰਾ ਸਰੀਰ ਬਣ ਗਿਆ, ਤਾਂ ਮੇਰਾ ਸਰੀਰ ਬਣ ਗਿਆ। ਜੋ ਅੱਜ ਤੱਕ ਮੈਂ ਸੋਚਿਆ ਉਹ ਮੇਰਾ ਮਨ ਬਣ ਗਿਆ। ਜੋ ਅੱਜ ਤੱਕ ਮੈਂ ਰੋਟੀ ਜਿੱਦਾਂ ਦੀ ਖਾਧੀ ਖੁਰਾਕ, ਉਹੋ ਜਿਹਾ ਮੇਰਾ ਸਰੀਰ ਬਣ ਗਿਆ। ਜਿੱਦਾਂ ਦਾ ਮੈਂ ਸੋਚਿਆ, ਜਿੱਦਾਂ ਦੀ ਮੈਂ ਸੰਗਤ ਕੀਤੀ, ਉਹੋ ਜਿਹਾ ਮੇਰਾ ਮਨ ਬਣ ਗਿਆ। ਜਿਹੜੇ ਗੁਰਮੁਖ ਨੇ ਉਹ ਆਪਦੇ ਮਨ ਨੂੰ ਵਹਿੰਦੇ ਨੇ, ਕਹਿੰਦੇ ਨੇ ਇਹ ਸਹੀ ਨਹੀਂ, ਹਜੇ ਠੀਕ ਨਹੀਂ, ਇਹਨੂੰ ਠੀਕ ਕਰਨਾ। ਜਿਹੜਾ ਬੰਦਾ ਵੇਖੂਗਾ ਉਹੀ ਜਾਣੂਗਾ ਨਾ, ਜਿਹਦਾ ਧਿਆਨ ਹੀ ਨਹੀਂ ਉਹ ਕਿਵੇਂ ਕਹੇਗਾ? ਉਹਨੂੰ ਪਤਾ ਹੀ ਨਹੀਂ ਲੱਗਣਾ ਇਹ ਸਹੀ ਆ ਕਿ ਗਲਤ। ਇਹ ਤਾਂ ਬਹੁਤ ਲੋਕ ਨੇ, ਉਹਨਾਂ ਨੂੰ ਸਮਝ ਹੀ ਨਹੀਂ। ਕਹਿੰਦੇ ਨੇ ਕਿ ਅੱਖਾਂ ਵੀ ਇੱਥੇ ਹੈਗੀਆਂ ਸਾਰਿਆਂ ਕੋਲੇ, ਕੰਨ ਵੀ ਹੈਗੇ ਆ, ਪਰ ਸਮਝ ਕਿਸੇ ਕਿਸੇ ਕੋਲੇ ਆ। ਗਿਆਨ ਥੋੜ੍ਹੇ ਲੋਕਾਂ ਕੋਲੇ ਆ। ਅੱਖਾਂ ਭਾਵੇਂ ਸਾਰਿਆਂ ਨੂੰ ਦਿੱਤੀਆਂ ਮਾਲਕ ਨੇ। ਦੇਖੋ ਕਮਾਲ ਦੀ ਗੱਲ ਇਹ ਆ, ਸਾਰਿਆਂ ਨੂੰ ਇੱਕੋ ਜਿਹਾ ਦਿਮਾਗ ਦਿੱਤਾ ਹੋਇਆ। ਅੱਖਾਂ ਵੀ ਉਹੀ ਆ। ਹਵਾ, ਪਾਣੀ, ਮਿੱਟੀ, ਅਗਨੀ, ਆਕਾਸ਼, ਇਹ ਪੰਜ ਤੱਤ ਮਿਲ ਕੇ ਸਾਰਿਆਂ ਨੂੰ ਗੁੰਨ ਕੇ ਭਾਈ ਗੁਰਦਾਸ ਜੀ ਕਹਿੰਦੇ ਰੱਬ ਨੇ ਕਾਇਆ ਬਣਾਈ ਆ, ਇਹ ਸਰੀਰ ਬਣਾਇਆ। ਪਰ ਕਰਮ ਵੱਖਰੋ ਵੱਖਰੇ ਨੇ ਬੰਦੇ ਦੇ। ਸਰੀਰ ਵੀ ਉਹੀ ਮਿੱਟੀ ਦਾ ਬਣਿਆ। ਹਵਾ, ਪਾਣੀ, ਅਗਨੀ, ਆਕਾਸ਼, ਇਹ ਸਾਰੀਆਂ ਚੀਜ਼ਾਂ ਨੂੰ ਗੁੰਨ ਕੇ ਵਾਸ਼ਨਾ ਦਾ ਪਾਣੀ ਪਾ ਕੇ ਰੱਬ ਨੇ ਘੁਮਿਆਰ ਬਣ ਕੇ ਚੱਕ ਤੇ ਘੁਮਾ ਕੇ ਸਾਨੂੰ ਬਣਾਇਆ ਵਾ। ਇੱਕੋ ਜਿਹੇ ਹਾਂ ਅਸੀਂ, ਸਾਰੇ ਹੀ ਇੱਕੋ ਜਿਹੇ ਹਾਂ, ਕਿਉਂਕਿ ਪੰਜ ਤੱਤਾਂ ਦੇ ਪੁਤਲੇ ਹਾਂ।
एक पिता एक सके हम बारक, तू मेरा गुरहाई। माटी एक अनेक भांत कर, साजी साजन हारै। ना कछ पोच माटी के भांडे, ना कुछ पोच कंबारै। वो कमियार ने इक्को मिट्टी तो भांडे बनाए आ। फर्क बंदियां 'च बहुत आ, एक तत्ते एक बोलण मिठे। बिरखे हेठ सब जानते इकट्ठे, एक तत्ते बोलते ने, एक मिठे बोलते ने, एक चंगे ने गुरमुख ने, एक मनमुख ने। ये सब किवें हो गया? तत्त इक्को जिहा, साह इक्को जिहा बंदे कोले, उही आत्मा है। संगत ने बंदे नूं बदलिया। विच संगत हर प्रभ वसै जियो, बड़ भागी हर संगत पावे। भागहीन भ्रम चोटां खावे, बिन भागा सत संग न लभै। बिन संगत मैल भरीजै जियो। संगत नहीं इवें बदलिया बंदे नूं। जियो जिने जैसी संगत कीती, जो जैसी संगत मिलै सो तैसो फल खाए। हुण संगत कौन करदा? किहा जांदा बच्चे दे पहले अध्यापक उहदे माँ प्यो हुंदे ने। दूजे अध्यापक जिथे वो पढ़न जांदा वो हुंदे ने। तीजे अध्यापक उहदे दोस्त हुंदे ने। असी पहला माँ प्यो तो सिखते हाँ, उस तो बाद असी स्कूल चों सिखते हाँ, जां जो भी जिवें पुरातन समयां च विद्यालय सन उत्थों ग्रहण करते हैं। फिर आपदे दोस्तां तो सिखते हैं, फिर नवे नवे बंदियां नूं मिल के अपने तजर्बियां तो सिखते हैं। ते एक जिहड़ा अनमोल ज्ञान आ जिहदी कोई कीमत नहीं, वो गुरु तो सिखते हैं, बाणी तो सिखते हैं। इंसान ने की कीता है, आपदी जिंदगी नूं ਉਹਦੇ ਵਿੱਚ ਆਪਦੀ ਸੰਗਤ ਆਪਦੇ ਕਰਮਾਂ ਦੇ ਨਾਲ ਗਲਤ ਜੋੜ ਦਿੱਤੀ ਹੈ, ਜਿਹਦੇ ਕਰਕੇ ਇਦਾਂ ਦਾ ਬਣ ਗਿਆ। ਇੱਕ ਬੱਚਾ ਸੀ ਤੇ ਉਹਦੇ ਮਾਂ ਪਿਓ ਜਾ ਰਹੇ ਸਨ। ਬੱਚੇ ਦੇ ਹੱਥ 'ਚ ਕਿਤਾਬ ਫੜੀ ਹੋਈ ਸੀ। ਬੱਚਾ ਬੜੀ ਛੋਟੀ ਉਮਰ ਦਾ ਸੀ। ਕਿਸੇ ਸੱਜਣ ਨੇ ਪੁੱਛਿਆ, ਰੋਕਿਆ, ਕਹਿੰਦੇ ਮੈਂ ਹੈਰਾਨ ਹੋ ਗਿਆ, ਅੱਜ ਦੇ ਯੁੱਗ ਦੇ ਵਿੱਚ ਬੱਚੇ ਦੇ ਹੱਥ 'ਚ ਮੋਬਾਈਲ ਹੋਣਾ ਚਾਹੀਦਾ ਸੀ, ਕਿਉਂਕਿ ਬਹੁਤੇ ਬੱਚੇ ਇਵੇਂ ਦੇ ਨੇ, ਪਰ ਇਹਦੇ ਹੱਥ 'ਚ ਕਿਤਾਬ ਕਿਵੇਂ ਆ? ਤਾਂ ਉਹਨਾਂ ਦੇ ਮਾਂ ਪਿਓ ਕਹਿਣ ਲੱਗੇ, ਕਹਿੰਦੇ ਅਸੀਂ ਇਹ ਜਾਣ ਲਿਆ ਸੀ ਬੱਚੇ ਸਭ ਤੋਂ ਪਹਿਲਾਂ ਆਪਦੇ ਮਾਂ ਪਿਓ ਨੂੰ ਕਾਪੀ ਕਰਦੇ ਨੇ। ਜਿੱਦਾਂ ਅਸੀਂ ਕਰਦੇ ਹਾਂ, ਜੇ ਅਸੀਂ ਤੂੰ ਕਹਿ ਕੇ ਬੁਲਾਵਾਂਗੇ ਉਹਨਾਂ ਤੂੰ ਕਹਿਣਾ, ਜੇ ਤੁਸੀਂ ਕਹੋਗੇ ਉਹਨਾਂ ਤੁਸੀਂ ਕਹਿਣਾ। ਕਹਿੰਦੇ ਅਸੀਂ ਕੀ ਕਰਦੇ ਸੀ ਨਾ, ਜਦੋਂ ਇਹ ਛੋਟਾ ਹੁੰਦਾ ਸੀ ਅਸੀਂ ਇਹਦੇ ਸਾਹਮਣੇ ਆਪਣੇ ਮੋਬਾਈਲ ਫੋਨ ਨੂੰ ਅਲਮਾਰੀ 'ਚ ਰੱਖ ਦੇਣਾ, ਜਿੰਨਾ ਵਰਤਣਾ ਉਹਨਾਂ ਵਰਤਣਾ, ਕਿਉਂਕਿ ਇੱਕ ਲੋੜ ਹੈ। ਉਦੋਂ ਬਾਅਦ ਅਸੀਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੇਖ 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 ਇਹਨੂੰ ਵੀ ਇੱਦਾਂ ਹੀ ਲੱਗਾ, ਇਹ ਵੀ ਹੁਣ ਹੱਥ 'ਚ ਕਿਤਾਬ ਰੱਖਦਾ ਹੈ, ਚੰਗਾ ਸਾਹਿਤ ਪੜ੍ਹਦਾ, ਇਹਦਾ ਵੀ ਸੁਭਾਅ ਬਣ ਗਿਆ। ਅਸਲ 'ਚ ਸਭ ਤੋਂ ਪਹਿਲੇ ਨਾ ਅਧਿਆਪਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਪਹਿਲੇ ਅਧਿਆਪਕ ਮਾਂ ਪਿਓ ਹੀ ਹੁੰਦੇ ਆ ਬੱਚੇ ਦੇ। ਮਾਂ ਚਾਹਵੇ ਉਹ ਮਹਾਂਪੁਰਸ਼ ਵੀ ਪੈਦਾ ਕਰ ਸਕਦੀ ਆ, ਤੇ ਮਾਂ ਚਾਹਵੇ, ਪਿਤਾ ਚਾਹਵੇ ਤੇ ਬੱਚੇ ਨੂੰ ਚੋਰ ਵੀ ਬਣਾ ਸਕਦੇ ਆ, ਠੱਗ ਵੀ ਬਣਾ ਸਕਦੇ ਆ। ਮਾਂ ਚਾਹਵੇ ਬੱਚੇ ਨੂੰ ਸੋਹਣੀ ਸਿੱਖਿਆ ਦੇ ਕੇ ਚੰਗੇ ਪਾਸੇ ਵੀ ਲਾ ਸਕਦੀ ਆ। ਮਾਂ ਚਾਹਵੇ ਤੇ ਕੁਝ ਵੀ ਬੱਚਾ ਮਹਾਂਪੁਰਸ਼, ਕਿਉਂਕਿ ਜਨਨੀਆਂ ਨੇ ਹੀ ਪੈਦਾ ਕੀਤੇ ਆ ਨਾ ਭਗਤ, ਸੂਰਬੀਰ, ਵੱਡੇ ਵੱਡੇ ਯੋਧੇ ਭਗਤ। ਮਾਤਾ ਮਰੀਅਮ ਜੀ ਹੋਏ, ਉਹਨਾਂ ਦੇ ਬੱਚੇ ਦਾ ਨਾਮ ਸੀ ਫਰੀਦ। ਇਹਨਾਂ ਨੂੰ ਆਪਾਂ ਜਦ ਮੱਥਾ ਟੇਕਦੇ ਹਾਂ, ਫਰੀਦ ਸਾਨੀ ਜੀ ਵੀ ਕਹਿੰਦੇ ਨੇ, ਗਾਂਜੇ ਸ਼ੱਕਰ ਵੀ ਕਹਿੰਦੇ ਨੇ। ਗਾਂਜੇ ਸ਼ੱਕਰ ਦਾ ਭਾਵ ਜਿਹਦਾ ਬੋਲ ਇੱਕ ਇੱਕ ਸ਼ੱਕਰ ਦੀ ਬੋਰੀ ਵਰਗਾ। ਫਰੀਦ ਸਾਹਿਬ ਜੀ ਦੇ ਨਾਮ ਨਾਲ ਇਹ ਜੁੜਿਆ। ਕਹਿੰਦੇ ਤੁਹਾਡਾ ਬੋਲ ਜੀ ਇੱਕ ਇੱਕ ਬਾਣੀ ਦਾ ਤੇ ਉਹ ਸ਼ੱਕਰ ਦੀ ਬੋਰੀ ਵਰਗਾ। ਜਿਹੜੇ ਬਹੁਤ ਡੂੰਘੇ ਵਿਦਵਾਨ ਨੇ ਚੰਗੇ, ਉਹ ਕਹਿੰਦੇ ਨਹੀਂ, ਇਹ ਗੱਲ ਵੀ ਪੂਰੀ ਸਹੀ ਨਹੀਂ। ਸ਼ੱਕਰ ਦੀ ਬੋਰੀ ਆਪਾਂ ਘਰ 'ਚ ਲਿਆ ਕੇ ਰੱਖੀਏ, ਵਰਤੀਏ ਤੇ ਖਤਮ ਹੋ ਜੂਗੀ ਉਹ ਤਾਂ। ਫਰੀਦ ਸਾਹਿਬ ਦੀ ਬਾਣੀ ਅੱਜ ਦੀ ਥੋੜ੍ਹੀ ਆ, ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਦੇ ਹੋਏ ਨੇ। ਇਹ ਬਹੁਤ ਵੱਡਾ ਇਹਨਾਂ ਦਾ ਪੁਰਾਤਨ ਇਤਿਹਾਸ ਆ। ਗੁਰੂ ਨਾਨਕ ਜੀ ਤੋਂ ਵੀ ਪਹਿਲਾਂ ਦਾ ਜੀਵਨ ਆ। ਫਰੀਦ ਸਾਹਿਬ ਜੀ ਉਦੋਂ ਵੀ ਪੁਰਾਤਨ ਨੇ, ਇਹ ਸਰੀਰ ਕਰਕੇ ਦੇਖੀਏ, ਪਰ ਅੱਜ ਤੱਕ ਨਹੀਂ ਮਿਠਾਸ ਮੁੱਕੀ ਉਹਨਾਂ ਦੀ।
शक्कर दी बोरी तां महीने च खत्म हो जू, चलो 2 महीनों च खत्म हो जू, साल च खत्म हो जू, घट वरतीए। फरीद साहब जी तां किन्ने साल हो गए। इन्हां नूं इवें कहा जा सकदा है कि शक्कर, खंड, शहद इन्हां दी बाणी अगे कुछ भी नहीं, इवें कहना चाहिदा है। निक्के सन बचपन च, मैं रब नाल जोड़न की गल करदा, माँ चाहे वो महापुरुष बना सकती बच्चे नूं, ते माँ चाहे चोर भी बना सकती है, कुछ भी हो सकता। पिता चाहे वो कुछ भी कर सकता, क्योंकि सब तो पहले अध्यापक गुरुदेव माता, गुरुदेव पिता, माँ प्यो हुंदे ने। फरीद तू नमाज पढ़िया कर, माता मरीयम ने आख्या। माँ उहदे नाल की होऊगा, सवाल सी। बच्चे नूं कोई भी चीज़ पुछोगे, कहोगे करने लई, उहने सवाल करना, ये करूँ तो ये बदले च मैनूं की मिलूगा। आख्या अल्लाह तैनूं शक्कर दऊगा, अल्लाह तैनूं खंड दऊगा, अल्लाह तैनूं मिठियां चीज़ां दऊगा खाण वास्ते जे तू पढ़ेगा। बच्चे दा बड़ा प्यार हुंदा मिठियां चीज़ां दे नाल। कहण लगा ठीक आ, फिर तो मैं कल तो ही पढ़ूंगा, पर सौदा खरा होना चाहिए। इधरों पढ़ा तो उधरों मिलनी चाहिए, तुरंत तुरंत हुंदा ये चीज़, एकदम हुंदी है। बच्चे नूं कुछ करोगे एकदम भालदे ने, तो उन्हां मसला विछा देना। चटाई नूं कहंदे ने, आपां मैट कह दिंने, आपां चटाई कह दिंने आ। मुसलमान वीर उहनूं मसला कहंदे ने, मसला विछा देना। फरीद साहब ने बचपन दीयां गल्लां ने, अखां मीट के नमाज पढ़नी। माँ ने पहला पढ़ के दिखाई, फिर ही सीखी भी इवें पढ़ी दी आ। पढ़ी नमाज, हौली के दिने वो चटाई चक के ते पुड़ी शक्कर दी थल्ले रख देनी। नमाज पढ़ के उठना ते चटाई इकट्ठी करनी ते थल्ले पुड़ी पई होनी। कहना माँ ये तो खरा सौदा, इधर नमाज पढ़ो तो उधर शक्कर दी पुड़ी, खरा सौदा है, चंगा व्यापार आ। इवें ना कई साल हुंदा रहा। बचपन सी, आदत बंदे दी 40 दिनां च पकदी आ, कोई भी पका सकदे हो। मनोविग्यानी कहंदे 40 दिन मैं कोई काम कीता, पर उह च मेरा मन होना चाहिए। आदतां इवें पकदियां ने। 41वें दिन तुहाडा तन ते तुहाडा मन आप ही उह चीज़ नूं करन लग जांदा। पहिलां 40 दिन बड़ा औखा। माड़ियां आदतां तां आप ही बन जांदियां ने, चंगियां बनाउणियां बड़ियां औखियां। घाह फूस तां आप ही उगाउंदा, घरां च खेतां च खेती उगाउणी पैंदी आ। आदत उन्हां दी इदां बन गई, बना दित्ती। पुराना जमाना, एक दिन खूह ते पानी भरन गए, उधरों नमाज दा टाइम हो गया। माता जी लैन बड़ी लम्मी सी, अज रोए। माता मरीयम जी कहंदे अज फरीद दा भरोसा टुट जाना रब तो। कारण की है, मैं इत्थे आ गई, अज जदों पढ़ूगा नमाज, उठूगा तो थल्ले शक्कर नहीं मिलनी, भरोसा टुट जाना। देखो भगतां ने जिहड़े हुंदे ने ना, उन्हां दी लाज रब हमेशा ही रखदा आ। अज नहीं, भगतां दी सदा तू रखदा हर जीओ, जुग जुग रखदा आया राम। जुगां जुगां तो रखी है लाज। अज ऐसी खेड़ बनी। फरीद साहब जी ने जदों बंदगी की, नमाज पढ़ी, इन्ना रस आ गया, इन्ना रस आ गया, शायद तुहानूं भी कदे आया होवे ये चीज़। बाणी पढ़दे आ, संगत करदे आ, कीर्तन करदे आ, सिमरन करदे आ, हर बंदे नूं आउंदा ही आ। जे आपां दिल ना करिए, उन्हां नूं भुल ही गया, ख्याल ही भुल गया। आ शक्कर जिहड़ी बनदी आ, इहदा ख्याल ही भुल गया। ਉਹ शक्कर जिहड़ी रब दे नाम वाली आ, याद रह गई। माता मरीयम जी ने घड़ा सिर ते रखिया वा, तेजी नाल आ रहे ने, आके छेती छेती पुड़ी बन्नी, जिवें आदत सी बंदे दी, सुभाਅ पक जांदा। ते फरीद साहब जी नूं कहण लगे आपदे बच्चे नूं, फरीद आ रब ने मैनूं अज फड़ाई आ पुड़ी, उहनूं बाले काम सी, आ ले तेरी शक्कर, ईमान साਂਭ ला। भगत फरीद जी जड़े सन ना, कंध दे नाल लगे हुए रो रहे सन उस दिन। आख्या सी पुत्र तू रोना क्यों आ? तां ही रोना होएगा क्योंकि तेनू शक्कर दी पुड़ी नहीं मिली अज। कहंदे नहीं मां, मैं तां नहीं रोंदा, मैं तां रोना कि रोज मैनू पता लग गया तू झूठियां शक्करां दिंदी रही,
ਅੱਜ ਜਿਹੜਾ ਮੈਨੂੰ ਆਨੰਦ ਆਇਆ ਬਾਣੀ ਪੜ੍ਹਦੇ ਆ, ਨਮਾਜ਼ ਪੜ੍ਹਦੇ ਆ, ਅੱਲਾ ਦੀ ਬੰਦਗੀ ਕਰਦੇ ਹੋ, ਪਤਾ ਲੱਗਾ ਸ਼ੱਕਰ ਮਿੱਠੀ ਆ, ਖੰਡ ਮਿੱਠੀ ਆ, ਸ਼ਹਿਦ ਮਿੱਠਾ, ਮੱਝ ਦਾ ਦੁੱਧ ਮਿਠਾਸ ਭਰਿਆ, ਪਰ ਇਹ ਨਾਮ ਦੇ ਸਾਹਮਣੇ ਕੁਝ ਵੀ ਨਹੀਂ। ਹਾਂ, ਸ਼ੱਕਰ ਦੇ ਵਿੱਚ ਮਿਠਾਸ ਹੁੰਦੀ ਆ, ਖੰਡ 'ਚ ਮਿਠਾਸ ਹੁੰਦੀ ਆ, ਮੰਨਦਾ, ਪਰ ਰੱਬ ਨਾ ਪੁੱਜਣ ਤੁਧ, ਪਰ ਰੱਬ ਦੀ ਮਿਠਾਸ ਤੱਕ ਨਹੀਂ ਜਾ ਸਕਦੀਆਂ। ਕਹਿਣਾ ਪਿਆ ਫਿਰ ਉਹਨਾਂ ਨੂੰ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਇਹ ਨਮਾਜ਼ ਦੀ ਮਿਠਾਸ ਤੱਕ ਨਹੀਂ ਪਹੁੰਚ ਸਕਦੀ। ਮੈਂ ਕਹਿ ਰਿਹਾ ਸੀ ਕਿ ਮਾਂ ਚਾਹਵੇ ਬੱਚੇ ਨੂੰ ਕਿੱਧਰੇ ਵੀ ਲਾ ਸਕਦੀ ਆ। ਪਹਿਲਾ ਅਧਿਆਪਕ ਬੱਚੇ ਦਾ ਉਹਦੀ ਮਾਂ ਹੁੰਦੀ ਹੈ ਤੇ ਉਹਦੇ ਪਿਤਾ ਜੀ ਹੁੰਦੇ ਨੇ। ਦੂਜੇ ਅਧਿਆਪਕ ਸਕੂਲ 'ਚੋਂ ਅਸੀਂ ਜਾਂਦੇ ਹਾਂ, ਉਹ ਸਾਨੂੰ ਹੁੰਦੇ ਨੇ। ਜੇ ਉਹ ਕਿਤੇ ਚੰਗੇ ਮਿਲ ਜਾਣ ਨਾ ਗੁਰਮੁਖ, ਤੇ ਬੰਦੇ ਦਾ ਜੀਵਨ ਬਦਲ ਜਾਂਦਾ। ਤੀਜੇ ਅਧਿਆਪਕ ਸਾਡੇ ਦੋਸਤ ਹੁੰਦੇ ਨੇ, ਜਿਨ੍ਹਾਂ ਨਾਲ ਅਸੀਂ ਰਹਿੰਦੇ ਹਾਂ। ਉਦੋਂ ਬਾਅਦ ਜਾ ਕੇ ਫਿਰ ਅਸੀਂ ਗੁਰਬਾਣੀ ਨਾਲ ਹੌਲੀ ਹੌਲੀ ਜੁੜਦੇ ਹਾਂ। ਪਹਿਲਾਂ ਮਾਂ ਪਿਓ ਦੇ ਨਾਲ ਜੁੜਦੇ ਹਾਂ, ਉਹਨਾਂ ਦੀ ਗੋਦ 'ਚ ਖੇਡਦੇ ਹਾਂ। ਜੇ ਚੰਗੇ ਮਾਂ ਪਿਓ ਹੋਣਗੇ ਉਹ ਪਹਿਲੇ ਗੁਰੂ ਨਾਲ ਜੋੜ ਦੇਣਗੇ। ਜੇ ਚੰਗੇ ਅਧਿਆਪਕ ਹੋਣਗੇ ਉਹ ਗੁਰੂ ਨਾਲ ਜੋੜ ਦੇਣਗੇ। ਜੇ ਚੰਗੇ ਦੋਸਤ ਹੋਣਗੇ ਉਹ ਗੁਰੂ ਨਾਲ ਜੋੜ ਦੇਣਗੇ। ਜਦੋਂ ਗੁਰੂ ਨਾਲ ਆਪਾਂ ਜੁੜ ਗਏ ਫਿਰ ਸਾਡਾ ਜੀਵਨ ਹੌਲੀ ਹੌਲੀ ਸਹਿਜੇ 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 ਬਦਲਣਾ ਸ਼ੁਰੂ ਹੋ ਜਾਂਦਾ, ਤੇ ਅਸੀਂ ਇੱਕ ਦਿਨ ਗੁਰੂ ਜੈਸੇ ਦਿਖਣ ਲੱਗ ਜਾਂਦੇ ਹਾਂ। ਸੁਭਾਅ ਸਾਡਾ ਉਹਦੇ ਜੈਸਾ ਹੋ ਜਾਂਦਾ। ਇਵੇਂ ਸਾਡਾ ਜੀਵਨ ਬਦਲਦਾ ਹੈ। ਸਾਡੀ ਜ਼ਿੰਦਗੀ 'ਚ ਅਨੇਕਾਂ ਉਸਤਾਦ ਆਉਂਦੇ ਨੇ ਜਿਹੜੇ ਸਾਨੂੰ ਬੜਾ ਕੁਝ ਸਿਖਾਉਂਦੇ ਨੇ। ਮਾੜੇ ਲੋਕ ਵੀ ਸਿਖਾਉਂਦੇ ਆ, ਚੰਗੇ ਲੋਕ ਵੀ ਸਿਖਾਉਂਦੇ ਆ। ਇੱਕ ਵਿਦਵਾਨ ਸੀ, ਉਹ ਤੋਂ ਕਿਸੇ ਨੇ ਪੁੱਛਿਆ, ਕਹਿੰਦੇ ਜੀ ਤੁਹਾਡਾ ਉਸਤਾਦ ਕੌਣ ਆ? ਇੰਟਰਵਿਊ ਦੇ ਵਿੱਚ ਪੁੱਛ ਰਹੇ ਸਨ, ਬੜੇ ਚੰਗੇ ਗੁਰਮੁਖ ਸਨ। ਉਹ ਕਹਿੰਦੇ ਮਾੜੇ ਲੋਕ ਮੇਰੇ ਉਸਤਾਦ ਨੇ, ਬੁਰੇ ਲੋਕ, ਚੋਰ ਲੋਕ, ਠੱਗ ਲੋਕ, ਧੋਖੇਬਾਜ਼ ਲੋਕ। ਉਹ ਕਹਿੰਦੇ ਇਹ ਕਿਵੇਂ ਹੋ ਜਾਏਗਾ? ਤੁਸੀਂ ਇੰਨੇ ਗੁਰਮੁਖ, ਉਹ ਬੰਦੇ ਇੰਨੇ ਮਨਮੁਖ, ਤੁਹਾਡੇ ਉਸਤਾਦ ਕਿਵੇਂ? ਅਸੀਂ ਮੰਨਦੇ ਨਹੀਂ। ਉਹ ਕਹਿੰਦੇ ਨਹੀਂ, ਦਰਅਸਲ ਇਹ ਗੱਲ ਆ, ਜੀਵਨ ਦੇ ਵਿੱਚ ਮੈਂ ਉਹ ਗਲਤੀਆਂ ਕਦੇ ਨਹੀਂ ਕੀਤੀਆਂ ਜੋ ਬੁਰੇ ਲੋਕ ਕਰਦੇ ਨੇ। ਮੈਂ ਉਹਨਾਂ ਤੋਂ ਸਿੱਖਿਆ, ਇਹ ਬੁਰਾ ਕਰਦੇ ਨੇ ਤੇ ਇਹਨਾਂ ਨਾਲ ਇਵੇਂ ਹੋਇਆ ਤੇ ਮੈਂ ਨਹੀਂ ਕਦੇ ਕਰਨਾ। ਇਹ ਇੱਦਾਂ ਦੇ ਨੇ, ਮੈਂ ਨਹੀਂ ਇੱਦਾਂ ਦਾ ਬਣਨਾ, ਤੇ ਮੈਂ ਉਹਨਾਂ ਤੋਂ ਉਲਟ ਚੱਲਿਆ। ਮੇਰਾ ਜੀਵਨ ਅੱਜ ਇਹ ਬਣਿਆ। ਮਨਮੁਖ ਤੋਂ ਉਲਟ ਚੱਲੋਗੇ, ਗੁਰਮੁਖ ਬਣ ਜਾਓਗੇ। ਇਵੇਂ ਦਾ ਜੀਵਨ ਬੰਦੇ ਦਾ ਹੋਣਾ ਚਾਹੀਦਾ। ਆਪਦੀਆਂ ਗਲਤੀਆਂ ਤੋਂ ਸਿੱਖੋ, ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੋ। ਆਪਦੀਆਂ ਗਲਤੀਆਂ ਤੋਂ ਜਿਹੜਾ ਸਿੱਖੇ, ਉਹਨੂੰ ਅਸੀਂ ਕਹਿ ਸਕਦੇ ਹਾਂ ਸਮਝਦਾਰ ਆ ਬੰਦਾ। ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੇ, ਉਹ ਤਾਂ ਬਹੁਤ ਜ਼ਿਆਦਾ ਸੂਝਵਾਨ ਮਨੁੱਖ ਆ। ਵੀ ਇਹਨੇ ਗਲਤੀ ਕੀਤੀ, ਮੈਂ ਨਹੀਂ ਕਰਨੀ। ਇਹਨੇ ਠੱਗੀ ਕੀਤੀ, ਮੈਂ ਨਹੀਂ ਕਰਨੀ। ਇਹਨੇ ਇੱਦਾਂ ਕੀਤਾ, ਧੋਖੇਬਾਜ਼, ਮੈਂ ਨਹੀਂ ਇੱਦਾਂ ਬਣਨਾ। ਬਹੁਤ ਲੋਕ ਨੇ ਜਿਹੜੇ ਦੂਜਿਆਂ ਤੋਂ ਸਿੱਖ ਲੈਂਦੇ ਨੇ, ਪਰ ਇੱਥੇ ਇਹੋ ਜਿਹੇ ਵੀ ਨੇ ਜਿਹੜੇ ਇੱਕ ਗਲਤੀ ਨੂੰ ਵਾਰ-ਵਾਰ ਕਰੀ ਜਾਂਦੇ ਨੇ ਪਰ ਸਿੱਖਦੇ ਨਹੀਂ। ਗਲਤੀਆਂ ਕਰੋ, ਬਾਣੀ ਕਹਿੰਦੀ ਆ ਵੀ ਗਲਤੀ ਕਰੋ, ਪਰ ਇੱਕ ਗਲਤੀ ਦੁਬਾਰਾ ਨਾ ਕਰੋ, ਕਿਉਂਕਿ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਇੱਕ ਰੱਬ ਹੀ ਆ ਜਿਹੜਾ ਕਦੇ ਗਲਤੀ ਨਹੀਂ ਕਰਦਾ, ਜਾਂ ਇੱਕ ਗੁਰੂ ਆ। ਬਾਕੀ ਅਸੀਂ, ਤੁਸੀਂ, ਮੈਂ ਸਾਰੇ ਗਲਤੀਆਂ ਦੇ ਪੁਤਲੇ ਹਾਂ। ਪਰ ਇੱਕ ਗਲਤੀ ਵਾਰ-ਵਾਰ ਨਹੀਂ ਹੋਣੀ ਚਾਹੀਦੀ, ਉਹ ਚਲਾਕੀ ਬਣ ਜਾਂਦੀ ਹੈ। ਫਿਰ ਇੱਕ ਗਲਤੀ ਮੈਂ ਅੱਜ ਕੀਤੀ, ਗਲਤੀ ਆ, ਕੱਲ੍ਹ ਕੀਤੀ, ਚਲੋ ਮਾਫ ਕੀਤਾ ਜਾ ਸਕਦਾ, ਫਿਰ ਕੀਤੀ, ਰੋਜ਼ ਕੀਤੀ, ਉਹ ਚਲਾਕੀ ਆ, ਉਹ ਗਲਤੀ ਨਹੀਂ। ਗਲਤੀਆਂ ਮਾਫ ਹੁੰਦੀਆਂ ਨੇ, ਚਲਾਕੀਆਂ ਮਾਫ ਨਹੀਂ ਹੁੰਦੀਆਂ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਮਹਾਰਾਜ ਦੀ ਜਿਹੜੀ ਸ਼ਾਨ ਹੈ ਬਹੁਤ ਹੀ ਉੱਚੀ ਅਤੇ ਸੁੱਚੀ ਹੈ ਜੀ। ਬੋਲਦੇ ਆ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਪਿਆਰੀ ਸੰਗਤ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਨਗਰ ਵਿੱਚ ਏਕਤਾ, ਇਤਫਾਕ, ਸੁਖ, ਸ਼ਾਂਤੀ, ਭਾਈਚਾਰੇ ਦੀ ਦਾਤ ਮਹਾਰਾਜ ਸਾਨੂੰ ਬਖਸ਼ਿਸ਼ ਕਰਨ। ਆਓ ਹੁਣ ਆਪਾਂ ਉਸ ਸਤ ਕਰਤਾਰ ਨੂੰ, ਅਕਾਲ ਪੁਰਖ ਨੂੰ ਯਾਦ ਕਰਕੇ ਆਪਦੇ ਜੀਵਨ ਨੂੰ ਸੁੰਦਰ ਬਣਾਉਣ ਦਾ ਯਤਨ ਕਰੀਏ। ਵਾਹਿ
ਗੁਰੂ ਵਾਹਿਗੁਰੂ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ